ਹੈਲੋ ਸਟੂਡੈਂਟਸ, ਅੱਜ ਆਪਾਂ ਹਿਸਟਰੀ ਵਿਸ਼ੇ ਦਾ ਜੋ ਸਾਡਾ ਪਹਿਲਾ ਲੈਸਨ ਹੈ ਸਿੰਧ ਘਾਟੀ ਦੀ ਸੱਭਿਅਤਾ, ਇਸ ਨੂੰ ਪੜ੍ਹਨ ਜਾ ਰਹੇ ਹਾਂ। ਸਿੰਧ ਘਾਟੀ ਦੀ ਸੱਭਿਅਤਾ, ਜਿਸ ਨੂੰ ਇੰਦੂਜ਼ ਸਿਵਲਾਈਜੇਸ਼ਨ ਵੀ ਕਿਹਾ ਜਾਂਦਾ ਹੈ। ਸੱਭਿਅਤਾ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਸਿਵਲਾਈਜੇਸ਼ਨ ਦਾ ਸਮਾਨਾਰਥੀ ਹੈ। ਭਾਵ ਅਸੀਂ ਇਸ ਨੂੰ ਇੰਗਲਿਸ਼ ਵਿੱਚ ਸਿਵਲਾਈਜੇਸ਼ਨ ਬੋਲਦੇ ਹਾਂ ਔਰ ਪੰਜਾਬੀ ਵਿੱਚ ਸੱਭਿਅਤਾ। ਇਹ ਮੂਲ ਰੂਪ ਵਿੱਚ ਲਤੀਨੀ ਭਾਸ਼ਾ ਦੇ ਸ਼ਬਦ ਤੋਂ ਬਣਿਆ ਹੈ। ਇਹ ਸ਼ਬਦ ਹੈ ਸਿਵਲਿਸ, ਜਿਸ ਦਾ ਅਰਥ ਹੈ ਨਾਗਰਿਕ ਬਣਨਾ ਜਾਂ ਸਮਾਜ ਦੇ ਮੈਂਬਰ ਹੋਣ ਨਾਤੇ। ਭਾਵ ਉਹ ਮਨੁੱਖੀ ਸਮਾਜ ਜੋ ਵਿਕਸਿਤ ਹੈ, ਜਿਸ ਵਿੱਚ ਸਹੂਲਤਾਂ ਨੇ, ਜਿਸ ਦਾ ਆਪਣਾ ਸੱਭਿਆਚਾਰ ਹੈ, ਉਸ ਨੂੰ ਅਸੀਂ ਸੱਭਿਅਕ ਸਮਾਜ ਕਹਿੰਦੇ ਹਾਂ। ਸਿੰਧ ਘਾਟੀ, ਸਿੰਧ ਨਦੀ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਨਦੀਆਂ ਦੇ ਵਿੱਚੋਂ ਇੱਕ ਹੈ। ਇਹ ਬਹੁਤ ਵੱਡੀ ਨਦੀ ਹੈ। ਇਹ ਚੀਨ, ਭਾਰਤ, ਪਾਕਿਸਤਾਨ ਨੂੰ ਇਹ ਕਵਰ ਕਰਦੀ ਹੈ ਨਦੀ। ਇਹ ਜੋ ਸਿੰਧ ਘਾਟੀ ਦੀ ਸੱਭਿਅਤਾ ਆਪਾਂ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਇਹ ਜੋ ਸੱਭਿਅਤਾ ਜਿਹਦੇ ਬਾਰੇ ਅਸੀਂ ਪੜ੍ਹਨਾ ਵਾ, ਇਸ ਸਿੰਧ ਨਦੀ ਦੇ ਇਲਾਕੇ ਦੇ ਵਿੱਚ, ਇਸ ਦੀ ਘਾਟੀ ਦੇ ਵਿੱਚ ਇਹ ਵਿਕਸਿਤ ਹੋਈ ਹੈ। ਇਸ ਕਰਕੇ ਇਸ ਨੂੰ ਸਿੰਧ ਘਾਟੀ ਦੀ ਸੱਭਿਅਤਾ ਕਿਹਾ ਜਾਂਦਾ ਵਾ। ਇਸ ਦਾ ਪੁਰਾਤਨ ਨਾਮ ਸਿੰਧੂ ਨਦੀ ਹੈ। ਜਿਵੇਂ ਅਸੀਂ ਉੱਪਰ ਪੜ੍ਹਿਆ ਕਿ ਇਸ ਨੂੰ ਅਸੀਂ ਇੰਦੂਜ਼ ਸਿਵਲਾਈਜੇਸ਼ਨ ਵੀ ਕਹਿੰਦੇ ਹਾਂ, ਪੰਜਾਬੀ 'ਚ ਸਿੰਧ ਘਾਟੀ ਕਹਿ ਦਿੰਦੇ ਹਾਂ। ਤਾਂ ਇਹ ਨਾਮ ਵੱਖੋ ਵੱਖਰੇ ਕਿਵੇਂ ਨੇ? ਇਹ ਨਦੀ ਦਾ ਜਿਹੜਾ ਪੁਰਾਤਨ ਨਾਮ ਹੈ ਉਹ ਸਿੰਧੂ ਨਦੀ ਹੀ ਹੈ। ਇਸ ਨੂੰ ਜੋ ਰੋਮਨ ਲੋਕ ਨੇ, ਉਹਨਾਂ ਨੇ ਇਹ ਸਿੰਧੂ ਨਾਮ ਨੂੰ ਇੰਦੂਜ਼ ਰਿਵਰ ਦੇ ਨਾਂ ਨਾਲ ਜਾਣਿਆ। ਭਾਵ ਉਹਨਾਂ ਦੇ ਲਈ ਉਹਨਾਂ ਨੇ ਨਾਂ ਇਹਦਾ ਇੰਦੂਜ਼ ਰਿਵਰ ਪ੍ਰਚਲਿਤ ਕੀਤਾ ਔਰ ਇਸੇ ਹੀ ਇੰਦੂਜ਼ ਰਿਵਰ ਦੇ, ਇੰਦੂਜ਼ ਤੋਂ ਹੀ ਇੰਡੀਆ ਦਾ ਨਾਂ ਜਿਹੜਾ ਵਾ, ਉਹ ਸਾਡੇ ਦੇਸ਼ ਦਾ ਨਾਂ ਇੰਡੀਆ ਪ੍ਰਚਲਿਤ ਹੋਇਆ ਵਾ। ਉਹ ਇਸ ਸਿੰਧ ਨਦੀ, ਜਿਹਨੂੰ ਰੋਮਨ ਲੋਕਾਂ ਨੇ ਇੰਦੂਜ਼ ਰਿਵਰ ਕਿਹਾ, ਉਹਦੇ ਤੋਂ ਹੀ ਇਹ ਨਾਂ ਪਿਆ ਵਾ। ਸੋ ਇਹ ਸਿੰਧ ਘਾਟੀ ਦੀ ਸੱਭਿਅਤਾ ਬਾਰੇ ਅਸੀਂ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਜੋ ਸਿੰਧ ਘਾਟੀ ਦੀ ਸੱਭਿਅਤਾ ਹੈ, ਇਸ ਦੇ ਹੋਰ ਵੀ ਨਾਂ ਨੇ। ਇਸ ਨੂੰ ਸਿੰਧ ਘਾਟੀ ਦੀ ਸੱਭਿਅਤਾ ਤਾਂ ਕਹਿੰਦੇ ਹੀ ਨੇ, ਇਹਦੇ ਹੋਰ ਵੱਖ ਵੱਖ ਨਾਮ ਨੇ, ਜਿਵੇਂ ਹੜੱਪਾ ਸੱਭਿਅਤਾ ਜਾਂ ਕਾਂਸੀ ਯੁੱਗ ਦੀ ਸੱਭਿਅਤਾ। ਹੜੱਪਾ ਸੱਭਿਅਤਾ ਇਹਨੂੰ ਤਾਂ ਕਹਿੰਦੇ ਨੇ ਕਿਉਂਕਿ ਇਹ ਸੱਭਿਅਤਾ ਦੇ ਜੋ ਸਭ ਤੋਂ ਪ੍ਰਮੁੱਖ ਸ਼ਹਿਰ ਜਿਨ੍ਹਾਂ ਦੀ ਪਹਿਲਾਂ ਖੋਜ ਹੋਈ ਹੈ, ਉਹ ਮੋਹਨਜਿੰਦੜੋ ਅਤੇ ਹੜੱਪਾ ਸੀ। ਸੋ ਹੜੱਪਾ ਉਸ ਸ਼ਹਿਰ ਦੇ ਨਾਂ 'ਤੇ ਹੀ ਇਸ ਨੂੰ ਹੜੱਪਾ ਸੱਭਿਅਤਾ ਕਹਿ ਦਿੱਤਾ ਜਾਂਦਾ ਵਾ। ਜਾਂ ਕਾਂਸੀ ਯੁੱਗ ਦੀ ਸੱਭਿਅਤਾ, ਕਿਉਂਕਿ ਇਸ ਜੋ ਅਸੀਂ ਖੋਜ ਕੀਤੀ ਹੈ ਉਹਦੇ ਵਿੱਚ ਕਾਂਸੀ ਦੇ ਭਾਂਡੇ, ਮੂਰਤੀਆਂ ਆਦਿ ਉਹਦੇ ਮਿਲੇ ਨੇ ਔਰ ਇਸ ਕਰਕੇ ਇਸ ਨੂੰ ਕਾਂਸੀ ਯੁੱਗ ਦੀ ਸੱਭਿਅਤਾ ਵੀ ਕਿਹਾ ਜਾਂਦਾ ਵਾ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਕਿ ਜੋ ਸਿੰਧ ਘਾਟੀ ਦੀ ਸੱਭਿਅਤਾ ਵਾ, ਇਦੋਂ ਪਹਿਲਾਂ ਮਨੁੱਖੀ ਜੀਵਨ ਕਦੋਂ ਕਦਾ ਹੈ ਧਰਤੀ ਦੇ ਉੱਤੇ। ਇਹਦਾ ਕੋਈ ਡੈਫੀਨੇਟ ਆਨਸਰ ਨਹੀਂ ਹੈ ਕਿ ਕਦੋਂ ਜੀਵਨ ਧਰਤੀ 'ਤੇ, ਕਦੋਂ ਮਨੁੱਖ ਪੈਦਾ ਹੋਏ ਆ। ਵੱਖ ਵੱਖ ਵਿਦਵਾਨਾਂ ਦੇ ਆਪੋ ਆਪਣੇ ਵਿਚਾਰ ਨੇ। ਕੋਈ ਕਿਸੇ ਮੁਤਾਬਕ 1 ਲੱਖ ਸਾਲ, ਕੋਈ 5 ਲੱਖ ਸਾਲ, ਕੋਈ 4 ਲੱਖ ਸਾਲ ਪਹਿਲਾਂ ਮੰਨਦਾ ਕਿ ਧਰਤੀ 'ਤੇ ਮਨੁੱਖ ਦੀ ਹੋਂਦ ਹੋਈ ਹੈ। ਸੋ ਵੱਖ ਵੱਖ ਦੇਸ਼ਾਂ ਵਿੱਚ ਸੱਭਿਅਤਾਵਾਂ ਵਿਕਸਿਤ ਹੋਈਆਂ ਨੇ। ਭਾਰਤ ਵਿੱਚ ਵੀ ਸੱਭਿਅਤਾ ਦੂਜੇ ਦੇਸ਼ਾਂ ਦੇ ਵਾਂਗ ਹੌਲੀ ਹੌਲੀ ਪੜਾਵਾਂ ਵਿੱਚ ਹੀ ਵਿਕਸਿਤ ਹੋਈ ਹੈ। ਭਾਵ ਜਿੰਨੀ ਡਿਵੈਲਪਮੈਂਟ ਅਸੀਂ ਅੱਜ ਕੀਤੀ ਹੈ, ਇੱਦੋਂ ਪਹਿਲਾਂ ਲੋਕ ਸ਼ੁਰੂ ਤੋਂ ਇੱਦਾਂ ਨਹੀਂ ਰਹਿ ਰਹੇ। ਜੋ ਪਹਿਲੀ ਪ੍ਰਾਚੀਨ ਸੱਭਿਅਤਾ ਸੀ, ਉਹਨੂੰ ਅਸੀਂ ਮੁੱਖ ਤੌਰ 'ਤੇ 3 ਭਾਗਾਂ ਦੇ ਵਿੱਚ ਵੰਡਦੇ ਹਾਂ। ਪਹਿਲਾ ਪੜਾਅ ਹੈ ਪ੍ਰਾਚੀਨ ਪੱਥਰ ਯੁੱਗ। ਪ੍ਰਾਚੀਨ ਪੱਥਰ ਯੁੱਗ ਦਾ ਜਿਹੜਾ ਨਾਂ ਹੈ, ਇਸ ਸਮੇਂ ਜਿਹੜੇ ਲੋਕ ਸੀ, ਇਹ ਮੰਨਿਆ ਜਾਂਦਾ ਕਿ ਉਹ ਜੰਗਲਾਂ ਦੇ ਵਿੱਚ ਰਹਿੰਦੇ ਸੀ। ਉਹ ਆਪਣੇ ਸਰੀਰ ਦੇ ਉੱਪਰ ਵੀ ਛਿੱਲ ਪੱਤਿਆਂ ਨਾਲ ਹੀ ਸਰੀਰ ਢੱਕਦੇ ਸੀਗੇ ਔਰ ਜੰਗਲ ਦੇ ਵਿੱਚ ਹੀ ਉਹ ਜਾਨਵਰ ਦਾ ਸ਼ਿਕਾਰ ਕਰਦੇ ਸੀ, ਜਿਹਦੇ ਲਈ ਉਹ ਪੱਥਰ ਦੇ ਜਿਹੜੇ ਹਥਿਆਰ ਬਣੇ ਹੋਏ ਆ ਉਹਦੀ ਵਰਤੋਂ ਕਰਦੇ ਸੀ ਜਾਂ ਹੱਡੀਆਂ ਦੇ ਬਣੇ ਹਥਿਆਰਾਂ ਦੀ ਵਰਤੋਂ ਕਰਦੇ ਸੀ। ਇਸ ਕਰਕੇ ਇਹਨੂੰ ਪ੍ਰਾਚੀਨ ਪੱਥਰ ਯੁੱਗ ਕਿਹਾ ਜਾਂਦਾ ਵਾ। ਦੂਸਰਾ ਪੜਾਅ ਜਿਹੜਾ ਨਾਂ ਹੈ ਉਹ ਨਵਾਂ ਪੱਥਰ ਯੁੱਗ। ਇਸ ਯੁੱਗ ਦੇ ਵਿੱਚ ਜੋ ਕੁਝ ਹੋਰ ਡਿਵੈਲਪਮੈਂਟ ਹੋਈ, ਜਿਹੜੇ ਲੋਕ ਸੀ ਉਹ ਖੇਤੀ ਕਰਨ ਲੱਗ ਪਏ, ਉਹਨਾਂ ਨੂੰ ਅੱਗ ਬਾਲਣ ਦਾ ਵੀ ਪਤਾ ਲੱਗ ਗਿਆ ਅਤੇ ਉਹਨਾਂ ਨੇ ਜਿਹੜੇ ਹਥਿਆਰ ਸੀ ਹੋਰ ਬਿਹਤਰ ਬਣਾ ਲਏ। ਪਰ ਅਜੇ ਵੀ ਪਹੀਏ ਦੀ ਖੋਜ ਵੀ ਇਸ ਸਮੇਂ ਵਿੱਚ ਹੋ ਗਈ, ਪਰ ਅਜੇ ਵੀ ਜਿਹੜੇ ਹਥਿਆਰ ਸੀ ਉਹਨਾਂ ਦੇ ਜੋ ਪੱਥਰ ਦੀ ਵਰਤੋਂ ਕਰਦੇ ਸੀ, ਉਹ ਬਾਕੀ ਜੋ ਧਾਤਾਂ ਨੇ ਜਿਹਦੇ ਵਿੱਚ ਚਾਂਦੀ ਹੈ, ਤਾਂਬਾ ਵਾ, ਕਾਂਸਾ ਵਾ ਜਾਂ ਸੋਨਾ ਹੈ, ਉਹਨਾਂ ਦਾ ਇਹਨਾਂ ਲੋਕਾਂ ਨੂੰ ਅਜੇ ਪਤਾ ਨਹੀਂ ਸੀ, ਉਹਨਾਂ ਦੀ ਵਰਤੋਂ ਨਹੀਂ ਹੋਣ ਲੱਗੀ ਸੀ। ਉਸ ਤੋਂ ਬਾਅਦ ਫਿਰ ਵੱਖ ਵੱਖ ਧਾਤਾਂ ਦੀ ਖੋਜ ਹੋਈ ਹੈ, ਜਿਹਦੇ ਵਿੱਚ ਅਗਲਾ ਯੁੱਗ ਜਿਹੜਾ ਹੈ ਤਾਂਬੇ ਅਤੇ ਕਾਂਸੀ ਦੀ ਸੱਭਿਅਤਾ, ਜਿਹਦੇ ਵਿੱਚ ਇਹ
ਕਾਂਸੀ ਦੀ ਖੋਜ ਹੋਈ ਹੈ, ਉਹਦੀ ਵਰਤੋਂ ਹੋਈ ਹੈ, ਤਾਂਬੇ ਦੀ ਵਰਤੋਂ ਹੋਣ ਲੱਗੀ ਹੈ। ਔਰ ਇਹ ਮੰਨਿਆ ਜਾਂਦਾ ਕਿ ਜਿਹੜੀ ਸਿੰਧ ਘਾਟੀ ਦੀ ਸੱਭਿਅਤਾ ਵਾ ਇਹ ਤਾਂਬੇ ਅਤੇ ਕਾਂਸੀ ਦੀ ਸੱਭਿਅਤਾ ਹੀ ਸੀ। ਔਰ ਇਹ ਸਿੰਧ ਘਾਟੀ ਦੀ ਸੱਭਿਅਤਾ ਬਾਰੇ ਮੁੱਖ ਤੌਰ 'ਤੇ 1922 ਤੋਂ ਬਾਅਦ ਅਨੇਕਾਂ ਖੋਜਾਂ ਹੋਈਆਂ ਨੇ ਔਰ ਉਹਨਾਂ ਖੋਜਾਂ ਤੋਂ ਹੀ ਸਾਨੂੰ ਇਹਦੇ ਬਾਰੇ ਪਤਾ ਲੱਗਾ ਵਾ। ਸਿੰਧ ਘਾਟੀ ਦੀ ਸੱਭਿਅਤਾ ਦੀ ਖੋਜ 1922 ਈਸਵੀ ਵਿੱਚ R.D. ਬੈਨਰਜੀ ਨੇ ਸਿੰਧ ਪ੍ਰਦੇਸ਼ ਵਿੱਚ ਮੋਹਿੰਜੋਦੜੋ ਨਾਮੀ ਸਥਾਨ 'ਤੇ ਇੱਕ ਬੋਧੀ ਸਤੂਪ ਦੀ ਖੁਦਾਈ ਕਰਵਾਉਂਦਿਆਂ ਬਹੁਤ ਵੱਡੀਆਂ ਇੱਟਾਂ ਅਤੇ ਮੋਹਰਾਂ ਉਹਨੂੰ ਪ੍ਰਾਪਤ ਹੋਈਆਂ। ਉਸੇ ਸਮੇਂ ਹੀ ਸ਼੍ਰੀ ਦਇਆ ਰਾਮ ਸਾਹਨੀ ਨੇ ਪੰਜਾਬ ਦੇ ਵਿੱਚ ਹੜੱਪਾ ਨਾਮੀ ਸਥਾਨ ਦੀ ਖੋਜ ਕੀਤੀ। ਲਗਭਗ ਬਰਾਬਰ ਜਿਹੇ ਸਮੇਂ ਦੇ ਵਿੱਚ ਹੀ ਇਹ ਇੱਕੋ ਸਮੇਂ ਵਿੱਚ ਹੀ ਦੋਨੇ ਜਿਹੜੇ ਵੱਡੇ ਸ਼ਹਿਰ ਹੈ ਇਹਨਾਂ ਦੀ ਖੋਜ ਹੋਈ। ਇਹਨਾਂ ਦੇ ਵਿੱਚੋਂ ਇੱਕੋ ਜਿਹੀਆਂ ਰਲਦੀਆਂ ਮਿਲਦੀਆਂ ਇੱਟਾਂ ਸੀ, ਮੋਹਰਾਂ ਸੀ ਜਾਂ ਕੁਝ ਹੋਰ ਵਸਤਾਂ ਪ੍ਰਾਪਤ ਹੋਈਆਂ। ਸੋ ਇਸ ਤੋਂ ਬਾਅਦ ਜੋ ਉਸ ਸਮੇਂ ਪੁਰਾਤੱਤਵ ਵਿਭਾਗ ਦਾ ਮੁਖੀ ਸਰ ਜਾਨ ਮਾਰਸ਼ਲ ਸੀ, ਉਹਨੇ ਦੋਵਾਂ ਸਥਾਨਾਂ ਦੀ ਬੜੇ ਵੱਡੇ ਪੱਧਰ 'ਤੇ ਇਹਦੀ ਖੁਦਾਈ ਕਰਵਾਈ ਅਤੇ 1931 ਤੱਕ ਇਹ ਕੰਮ ਚੱਲਦਾ ਰਿਹਾ। ਸੋ ਇਹ ਕੁਝ ਤਸਵੀਰਾਂ ਇੰਟਰਨੈੱਟ ਤੋਂ ਸਿੰਧ ਘਾਟੀ ਦੀ ਸੱਭਿਅਤਾ ਬਾਰੇ ਮਿਲੀਆਂ ਨੇ। ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਿਵੇਂ ਵੱਖ-ਵੱਖ ਪਿਕਚਰਾਂ ਵਿੱਚ ਦਿਖਾਇਆ ਗਿਆ ਵਾ ਕਿ ਉਸ ਸਮੇਂ ਕਿਸ ਤਰ੍ਹਾਂ ਘਰ ਬਣੇ ਹੋਏ ਸੀ, ਉਹਨਾਂ ਦੇ ਜਿਹੜੇ ਕੁਝ ਨਕਸ਼ੇ ਜਾਂ ਵਿਸ਼ੇਸ਼ ਜਾਂ ਉਹਨਾਂ ਦੀ ਰੂਪ ਰੇਖਾ ਸਾਨੂੰ ਇਹਨਾਂ ਨੂੰ ਦੇਖ ਕੇ ਪਤਾ ਲੱਗਦੀ ਹੈ। ਇਹ ਸਿੰਧ ਘਾਟੀ ਦੀ ਸੱਭਿਅਤਾ ਦਾ ਵਿਸਥਾਰ ਭਾਵੇਂ ਕਿੱਥੋਂ ਤੱਕ ਫੈਲੀ ਹੋਈ ਸੀ। ਇਹ ਹੜੱਪਾ ਅਤੇ ਮੋਹਿੰਜੋਦੜੋ ਦੋ ਇਹਨਾਂ ਸ਼ਹਿਰਾਂ ਤੋਂ ਇਲਾਵਾ ਭਾਰਤ ਪਾਕਿਸਤਾਨ ਦੇ ਲਗਭਗ 250 ਤੋਂ ਵੀ ਵੱਧ ਸਥਾਨਾਂ ਦੀ ਖੁਦਾਈ ਕੀਤੀ ਗਈ ਹੈ ਔਰ ਉਹਨਾਂ ਤੋਂ ਲਗਭਗ ਉਹੋ ਜਿਹੀਆਂ ਵਸਤਾਂ ਮਿਲੀਆਂ ਜੋ ਹੜੱਪਾ ਅਤੇ ਮੋਹਿੰਜੋਦੜੋ ਤੋਂ ਮਿਲੀਆਂ ਸੀ। ਪੰਜਾਬ ਵਿੱਚ ਰੋਪੜ ਦੇ ਨੇੜੇ ਕੋਟਲਾ ਨਿਹੰਗਾਂ, ਸੰਘੋਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਘੁੜਾਮ, ਹਰਿਆਣਾ ਵਿਖੇ ਮਤਾਬਲ, ਬਨਵਾਲੀ ਅਤੇ ਹੋਰ ਸਥਾਨ, ਰਾਜਸਥਾਨ ਦੇ ਵਿੱਚ ਕਾਲੀਬੰਗਾ ਅਤੇ 24 ਹੋਰ ਸਥਾਨ, ਸਿੰਧ ਵਿੱਚ ਚਨਹੋਦੜੋ ਆਦਿ ਅਨੇਕਾਂ 250 ਤੋਂ ਵੱਧ ਸਥਾਨਾਂ ਦੀ ਖੁਦਾਈ ਕੀਤੀ ਗਈ ਜਿੱਥੇ ਰਲਦੀਆਂ ਮਿਲਦੀਆਂ ਵਸਤਾਂ ਪ੍ਰਾਪਤ ਹੋਈਆਂ। ਸੋ ਇਹਨਾਂ ਤੋਂ ਵਿਦਵਾਨ ਇਸ ਸਿੱਟੇ 'ਤੇ ਪੁੱਜੇ ਆ ਕਿ ਇਹ ਜੋ ਸੱਭਿਅਤਾ ਹੈ ਇਹ ਬਲੋਚਿਸਤਾਨ, ਪੰਜਾਬ, ਗੁਜਰਾਤ, ਰਾਜਸਥਾਨ, ਕਾਠੀਆਵਾੜ ਅਤੇ ਗੰਗਾ ਦੇ ਮੈਦਾਨੀ ਭਾਗਾਂ ਵਿੱਚ ਫੈਲੀ ਹੋਈ ਸੀ। ਕਾਲ ਭਾਵੇਂ ਸੱਭਿਅਤਾ ਕਦੋਂ ਵਸੀ ਸੀ, ਕਿਹੜੇ ਸਮੇਂ ਇਹ ਸਿੰਧ ਘਾਟੀ ਦੀ ਸੱਭਿਅਤਾ ਦੇ ਲੋਕ ਇਸ ਧਰਤੀ 'ਤੇ ਰਹੇ ਆ, ਇਹਦੇ ਬਾਰੇ ਵੀ ਵੱਖ-ਵੱਖ ਰਾਏ ਆ ਕਿਉਂਕਿ ਜੋ ਲਿਪੀ ਦੇ ਕੁਝ ਸਾਨੂੰ ਚਿੰਨ੍ਹ ਮਿਲੇ ਵੀ ਇਹਦੇ ਵਿੱਚੋਂ ਉਹ ਲਿਪੀ ਦਾ ਗਿਆਨ ਨਹੀਂ ਹੈ, ਉਹ ਭਾਸ਼ਾ ਨੂੰ ਅਸੀਂ ਪੜ੍ਹ ਨਹੀਂ ਸਕਦੇ ਅਤੇ ਜਿਸ ਕਰਕੇ ਜਦ ਤੱਕ ਉਹ ਲਿਪੀ ਦਾ ਗਿਆਨ ਨਹੀਂ ਹੈ ਤਦ ਤੱਕ ਕੋਈ ਨਿਸ਼ਚਿਤ ਨਹੀਂ ਕਿਹਾ ਜਾ ਸਕਦਾ। ਕੁਝ ਵਿਦਵਾਨਾਂ ਮੁਤਾਬਕ ਇਸ ਦਾ ਕਾਲ ਜਿਹੜਾ 3250 ਤੋਂ 2750 ਈਸਾ ਪੂਰਵ। ਸੋ ਸਰ ਮੋਰਟੀਮਰ ਵੀਲਰ ਮੁਤਾਬਕ 2800 ਈਸਵੀ ਪੂਰਵ ਤੋਂ 2200 ਈਸਵੀ ਪੂਰਵ ਤੱਕ ਇਹਦਾ ਸਮਾਂ ਹੈ ਔਰ ਮੁੱਖ ਤੌਰ 'ਤੇ ਅੱਜ ਤੱਕ ਜੋ ਹੁਣ ਤੱਕ ਗਿਆਨ ਹਾਸਲ ਹੋਇਆ ਹੈ ਉਹਦੇ ਮੁਤਾਬਕ ਵਿਦਵਾਨ ਮੰਨ ਲੈਂਦੇ ਨੇ ਕਿ ਇਹ ਜੋ ਕਾਲ ਸੀ ਅੱਜ ਤੋਂ ਜੋ 2800 ਤੋਂ 1500 ਈਸਵੀ ਪੂਰਵ ਇਹਨੂੰ ਮੰਨਿਆ ਜਾ ਸਕਦਾ ਵਾ। ਔਰ ਬੱਚਿਆਂ ਦੇ ਮਨ ਵਿੱਚ ਸਵਾਲ ਹੋਊ ਕਿ ਈਸਵੀ ਪੂਰਵ ਕੀ ਹੈ। ਕਈ ਜਗ੍ਹਾ 'ਤੇ ਅਸੀਂ ਈਸਵੀ ਲਿਖਦੇ ਹਾਂ ਜਿਵੇਂ 1921 ਜਾਂ 1922 ਈਸਵੀ ਅਸੀਂ ਜ਼ਿਕਰ ਕੀਤਾ ਪਹਿਲਾਂ, ਪਰ ਇੱਥੇ ਈਸਵੀ ਪੂਰਵ ਹੈ। ਸੋ ਈਸਵੀ ਪੂਰਵ ਜਾਂ ਈਸਾ ਪੂਰਵ ਇਹਨੂੰ ਅਸੀਂ ਕਹਿ ਦਿੰਦੇ ਹਾਂ। ਇੰਗਲਿਸ਼ ਦੇ ਵਿੱਚ ਅਸੀਂ ਜੋ ਈਸਵੀ ਹੈ ਉਹਨੂੰ AD ਲਿਖ ਦਿੰਦੇ ਹਾਂ ਔਰ ਜੋ ਈਸਵੀ ਪੂਰਵ ਅਸੀਂ ਲਿਖਦੇ ਉਹਨੂੰ BC ਲਿਖ ਦਿੰਦੇ ਹਾਂ। ਸੋ ਇਹਦੇ ਬਾਰੇ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਜੋ ਅਸੀਂ ਪਹਿਲਾ ਲੈਕਚਰ ਪਹਿਲਾਂ ਹੀ ਮੈਂ ਗਰੁੱਪ ਵਿੱਚ ਸੈਂਡ ਕੀਤਾ ਵਾ, ਤੁਸੀਂ ਦੁਬਾਰਾ ਉਸ ਨੂੰ ਸੁਣ ਸਕਦੇ ਹੋ। ਇਹਦੇ ਵਿੱਚ ਮੈਂ ਬੜੇ ਡਿਟੇਲ ਵਿੱਚ ਤੁਹਾਨੂੰ ਸਮਝਾਇਆ ਹੈ ਕਿ ਇਹ AD BC ਈਸਵੀ ਜਾਂ ਈਸਵੀ ਪੂਰਵ ਦਾ ਕੀ ਫ਼ਰਕ ਹੈ। ਸੋ ਇਹ ਅਸੀਂ ਕੁਝ ਬਰੀਫ ਦੇ ਵਿੱਚ ਪੜ੍ਹਿਆ ਇਹਦੇ ਬਾਰੇ ਅਤੇ ਬਾਕੀ ਅੱਗੇ ਹੋਰ ਇਹ ਖੋਜ ਕੀ ਹੋਈ, ਕੀ ਉੱਥੋਂ ਵਸਤਾਂ ਮਿਲੀਆਂ ਜਾਂ ਕਿਹੋ ਜਿਹਾ ਜੀਵਨ ਸੀ ਉਹਨਾਂ ਦਾ, ਉਹਦੇ ਬਾਰੇ ਅਗਲੇ ਲੈਕਚਰ ਦੇ ਵਿੱਚ ਪੜ੍ਹਾਂਗੇ। ਕੋਈ ਵੀ ਪ੍ਰੋਬਲਮ ਹੋਵੇ ਤੁਸੀਂ ਮੈਸੇਜ ਕਰਕੇ ਉਹ ਪੁੱਛ ਲੈਣੀ ਹੈ।